क्वेश्चन, ਜਿਹੜੇ शब्द ਕਿਸੇ ਮਨੁੱਖ ਵਸਤੂ ਜਾਂ ਸਥਾਨ ਦੇ ਨਾਵਾਂ ਦਾ ਬੋਧ ਕਰਾਉਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਹਨ ਨਾਂਵ। ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਨਾਂਵ, ਚਾਹੇ ਉਹ ਕਿਸੇ ਮਨੁੱਖ ਦਾ ਨਾਮ ਹੋਵੇ, ਵਸਤੂ ਦਾ ਨਾਮ ਹੋਵੇ ਜਾਂ ਕੋਈ ਸਥਾਨ ਦਾ ਨਾਮ ਹੋਵੇ। ਜਿਵੇਂ ਫੋਰ ਐਗਜ਼ਾਮਪਲ ਰਾਮ, ਰਾਮ ਇੱਕ ਮਨੁੱਖ ਦਾ ਨਾਮ ਹੈ। ਫੋਰ ਐਗਜ਼ਾਮਪਲ ਦਿੱਲੀ, ਦਿੱਲੀ ਇੱਕ ਸਥਾਨ ਦਾ ਨਾਮ ਹੈ। ਇਹ ਸਾਰੇ ਕੀ ਨੇ? ਨਾਂਵ। ਸੋ ਫਸਟ ਕੁਐਸਚਨ ਦਾ ਆਨਸਰ ਹੈ ਏ ਆਪਸ਼ਨ ਨਾਂਵ। ਇਸ ਦੇ ਲਈ ਉਦਾਹਰਨ ਹੈ ਕੁਰਸੀ, ਲੜਕਾ, ਪਹਾੜ, ਦਰਿਆ, ਕਿਸਾਨ, ਕਾਰ ਆਦਿ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਨਾਂਵ ਦੀਆਂ ਟੋਟਲ ਟਾਈਪਸ ਨੇ 5। ਸੋ ਇਸ ਦਾ ਰਾਈਟ ਆਨਸਰ ਹੈ ਬੀ ਆਪਸ਼ਨ 5। ਕਿਹੜੀਆਂ ਕਿਹੜੀਆਂ? ਆਮ ਨਾਂਵ, ਖਾਸ ਨਾਂਵ, ਵਸਤੂਵਾਚਕ ਨਾਂਵ, ਇਕੱਠਵਾਚਕ ਨਾਂਵ, ਭਾਵਵਾਚਕ ਨਾਂਵ। ਇਹਨਾਂ ਨੂੰ ਆਪਾਂ 1 ਬਾਏ 1 ਡਿਸਕਸ ਕਰਾਂਗੇ ਨੈਕਸਟ MCQ ਵਿੱਚ। ਜਿਹੜੇ ਸ਼ਬਦ ਆਮ ਮਨੁੱਖਾਂ, ਵਸਤੂਆਂ, ਜਾਨਵਰਾਂ ਅਤੇ ਕਿਸੇ ਜਾਤੀ ਦੇ ਸਾਰੇ ਪਦਾਰਥਾਂ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਨੇ ਆਮ ਨਾਂਵ। ਸੋ ਇਸ ਦਾ ਰਾਈਟ ਆਨਸਰ ਹੈ ਆਮ ਨਾਂਵ, ਏ ਆਪਸ਼ਨ। ਇਸ ਤਰ੍ਹਾਂ ਦੇ ਕੁਐਸਚਨ ਅਕਸਰ ਪੁੱਛ ਲਏ ਜਾਂਦੇ ਹਨ ਡੈਫੀਨੇਸ਼ਨ ਦੇ ਕੇ, ਯਾਨੀ ਕਿ ਤੁਹਾਨੂੰ ਕਹਿ ਦੇਣਗੇ ਵੀ ਜਿਹੜੇ ਸ਼ਬਦ ਆਮ ਨਾਮ ਮਨੁੱਖਾਂ ਦਾ, ਵਸਤੂਆਂ ਦਾ, ਜਾਨਵਰਾਂ ਦਾ ਜਾਂ ਕਿਸੇ ਜਾਤੀ ਦਾ ਬੋਧ ਕਰਾਉਣਾ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਨੇ ਆਮ ਨਾਮ। ਫੋਰ ਐਗਜ਼ਾਮਪਲ ਕਿਸਾਨ ਹਲ ਵਾਹ ਰਿਹਾ ਹੈ। ਕਿਸਾਨ ਕਿਸੇ ਦਾ ਨਾਮ ਤਾਂ ਨਹੀਂ ਹੈਗਾ, ਬਟ ਇਹ ਇੱਕ ਆਮ ਨਾਮ ਹੈ। ਜੇਕਰ ਉਰੇ ਕਿਸਾਨ ਦਾ ਨਾਮ ਨਾ ਦੇ ਕੇ ਇੱਥੇ ਕਹਿ ਦਿੰਦੇ ਰਾਮ ਹਲ ਵਾਹ ਰਿਹਾ ਹੈ, ਉਹ ਇੱਕ ਪ੍ਰੋਪਰ ਨਾਊਨ ਹੋ ਜਾਂਦਾ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਫੋਰਥ ਕੁਐਸਚਨ, ਆਮ ਨਾਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਮ ਨਾਮ ਨੂੰ ਜਾਤੀਵਾਚਕ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਜਾਤੀਵਾਚਕ ਨਾਮ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਫਿਫਥ ਕੁਐਸਚਨ, ਜਿਹੜੇ ਸ਼ਬਦ ਕਿਸੇ ਖਾਸ ਪੁਰਖ, ਇਸਤਰੀ, ਸਥਾਨ ਜਾਂ ਸ਼ਹਿਰ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਨੇ ਖਾਸ ਨਾਮ। ਜਿਹੜੇ ਸ਼ਬਦ ਕਿਸੇ ਖਾਸ ਪੁਰਖ, ਇਸਤਰੀ, ਸਥਾਨ ਜਾਂ ਸ਼ਹਿਰ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਖਾਸ ਨਾਮ ਕਹਿੰਦੇ ਹਨ। ਸੋ ਇਸ ਦਾ ਰਾਈਟ ਆਨਸਰ ਹੈ ਬੀ ਆਪਸ਼ਨ। ਫੋਰ ਐਗਜ਼ਾਮਪਲ ਅੱਜ ਕੋਹੀਨੂਰ ਕੀਮਤੀ ਹੀਰਾ ਹੈ। ਜਿਹੜਾ ਕੋਹੀਨੂਰ ਦਾ ਹੀਰਾ ਹੈ ਉਹ ਇੱਕ ਕੀਮਤੀ ਹੀਰਾ ਹੈ, ਯਾਨੀ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੋਹੀਨੂਰ ਇੱਕ ਹੀਰਾ ਹੈ, ਇਸ ਲਈ ਇਹ ਇੱਕ ਖਾਸ ਨਾਮ ਹੋ ਗਿਆ। ਜਿਵੇਂ ਫੋਰ ਐਗਜ਼ਾਮਪਲ ਦਿੱਲੀ ਭਾਰਤ ਦੀ ਰਾਜਧਾਨੀ ਹੈ, ਇੱਥੇ ਦਿੱਲੀ ਕੀ ਹੋ ਗਿਆ? ਦਿੱਲੀ ਵੀ ਇੱਥੇ ਇੱਕ ਖਾਸ ਨਾਮ ਹੋ ਗਿਆ। ਜਿਵੇਂ ਉੱਪਰ ਸੈਂਟੈਂਸ ਦੇ ਵਿੱਚ ਸੀ ਕਿਸਾਨ ਹਲ ਵਾਹ ਰਿਹਾ ਹੈ, ਇਹ ਇੱਕ ਕਾਮਨ ਨਾਊਨ ਹੋ ਗਿਆ। ਇੰਗਲਿਸ਼ ਦੇ ਵਿੱਚ ਕਾਮਨ ਨਾਊਨ ਕਹਿੰਦੇ ਹਨ ਅਤੇ ਪੰਜਾਬੀ ਵਿੱਚ ਕਹਿੰਦੇ ਹਨ ਆਮ ਨਾਮ। ਇਸ ਨੂੰ ਕਹਿੰਦੇ ਨੇ ਪ੍ਰੋਪਰ ਨਾਮ ਅਤੇ ਪੰਜਾਬੀ ਵਿੱਚ ਕਹਿੰਦੇ ਨੇ ਖਾਸ ਨਾਮ। ਜੇਕਰ ਤੁਸੀਂ ਇਹਨੂੰ ਇੰਗਲਿਸ਼ ਨਾਲ ਲਿੰਕ ਕਰਕੇ ਸਮਝੋਗੇ ਤਾਂ ਜਲਦੀ ਸਮਝ ਆਏਗਾ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਸਿਕਸਥ ਕੁਐਸਚਨ, ਖਾਸ ਨਾਮ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਖਾਸ ਨਾਮ ਨੂੰ ਨਿੱਜਵਾਚਕ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੋ ਇਸ ਦਾ ਰਾਈਟ ਆਨਸਰ ਹੈ ਡੀ ਆਪਸ਼ਨ ਨਿੱਜਵਾਚਕ ਨਾਮ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਸੈਵਨਥ ਕੁਐਸਚਨ, ਜਿਹੜੇ ਸ਼ਬਦ ਕਿਸੇ ਤੋਲੀਆਂ, ਮਿਣੀਆਂ ਜਾਂ ਮਾਪੀਆਂ ਜਾਣ ਵਾਲੀਆਂ ਵਸਤਾਂ ਆਦਿ ਦਾ ਬੋਧ ਕਰਾਉਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਹਨ ਵਸਤੂਵਾਚਕ ਨਾਮ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਵਸਤੂਵਾਚਕ ਨਾਮ। ਕਈ ਵਾਰੀ ਪੁੱਛ ਲੈਂਦੇ ਨੇ ਜਿਹੜੇ ਸ਼ਬਦ ਕਿਸੇ ਤੋਲੀਆਂ, ਮਿਣੀਆਂ ਵਸਤੂਆਂ ਲਈ ਯੂਜ਼ ਹੁੰਦੇ ਹਨ, ਮਾਪੀਆਂ ਹੋਈਆਂ ਨਾ ਦੇ ਕੇ ਇਹਨਾਂ ਦੇ ਵਿੱਚੋਂ ਦੋ ਦੇ ਦੇਣਗੇ, ਜਾਂ ਤਾਂ ਤੋਲੀਆਂ ਮਿਣੀਆਂ ਕਹਿ ਦੇਣਗੇ ਜਾਂ ਤੋਲੀਆਂ ਮਾਪੀਆਂ ਕਹਿ ਦੇਣਗੇ। ਸੋ ਕਨਫਿਊਜ਼ ਨਹੀਂ ਹੋਣਾ, ਉਹ ਵਸਤੂਵਾਚਕ ਨਾਮ ਹੀ ਹੁੰਦਾ ਹੈ। ਇਹ ਕੁਐਸਚਨ ਕਾਫੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਹੈ, ਸੋ ਯਾਦ ਰੱਖਿਓ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ, ਇਸ ਦੀ ਐਗਜ਼ਾਮਪਲ ਹੈਗੀ ਹੈ ਅੱਜ ਕੱਲ੍ਹ ਸੋਨਾ ਬਹੁਤ ਮਹਿੰਗਾ ਹੋ ਗਿਆ ਹੈ। ਸੋਨਾ ਕੀ ਹੋ ਗਿਆ ਇੱਥੇ? ਸੋਨਾ ਹੈਗਾ ਵਸਤੂਵਾਚਕ ਨਾਮ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਏਟਥ ਕੁਐਸਚਨ, ਜਿਹੜੇ ਸ਼ਬਦ ਜੀਵਾਂ ਜਾਂ ਵਸਤੂਆਂ ਦੇ ਸਮੂਹ, ਇਕੱਠ ਜਾਂ ਗਰੁੱਪ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਹਿੰਦੇ ਹਨ? ਇਹ ਤੋਂ ਸਮੂਹ ਤੋਂ ਹੀ ਪਤਾ ਲੱਗ ਰਿਹਾ ਹੈ ਵੀ ਇਕੱਠ ਦੀ ਗੱਲ ਹੋ ਰਹੀ ਹੈ। ਸੋ ਇਸ ਦਾ ਰਾਈਟ ਆਨਸਰ ਹੈ ਇਕੱਠਵਾਚਕ ਨਾਮ। ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ। ਕਈ ਵਾਰੀ ਗਰੁੱਪ ਦਾ ਨਾਮ ਦੇ ਦਿੰਦੇ ਨੇ, ਸੋ ਕਨਫਿਊਜ਼ ਨਹੀਂ ਹੋਣਾ, ਉਸ ਨੂੰ ਵੀ ਇਕੱਠਵਾਚਕ ਨਾਮ ਹੀ ਕਹਿੰਦੇ ਹਨ। ਫੋਰ ਐਗਜ਼ਾਮਪਲ ਵਿਦਿਆਰਥੀ ਜਮਾਤ ਵਿੱਚ ਬੈਠੇ ਹਨ, ਜਮਾਤ ਵਿੱਚ ਕਾਫੀ ਸਟੂਡੈਂਟ ਹੋਣਗੇ, ਯਾਨੀ ਕਿ ਇੱਕ ਤਰ੍ਹਾਂ ਦਾ ਇਕੱਠਵਾਚਕ ਨਾਮ ਹੈ ਇੱਕ ਜਮਾਤ ਹੈ ਜਿਹੜਾ। ਹਰ ਇੱਕ ਨਾਮ ਨਾਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦੇ ਰਿਹਾ ਜਿਹਦੇ ਨਾਲ ਤੁਹਾਨੂੰ ਸਮਝਣ ਵਿੱਚ ਆਸਾਨੀ ਹੋਵੇਗੀ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਨਾਈਨਥ ਕੁਐਸਚਨ, ਜਿਹੜੇ ਸ਼ਬਦਾਂ ਤੋਂ ਕਿਸੇ ਗੁਣ, ਹਾਲਾਤ ਜਾਂ ਭਾਵ ਦਾ ਪਤਾ ਲੱਗੇ ਉਹਨਾਂ ਨੂੰ ਕੀ ਕਹਿੰਦੇ ਹਨ? ਇੱਥੋਂ ਪਤਾ ਲੱਗ ਰਿਹਾ ਭਾਵ ਤੋਂ, ਹਾਲਾਤ ਤੋਂ ਜਾਂ ਗੁਣ ਤੋਂ, ਇਹਨਾਂ ਨੂੰ ਕਹਿੰਦੇ ਨੇ ਭਾਵਵਾਚਕ ਨਾਮ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਭਾਵਵਾਚਕ ਨਾਮ। ਭਾਵਵਾਚਕ ਜਿਵੇਂ ਸੁੱਖ, ਦੁੱਖ, ਸੱਚਾ, ਝੂਠਾ, ਮਿੱਠਾ, ਕੌੜਾ, ਇਹ ਸਾਰੇ ਕੀ ਨੇ? ਭਾਵਵਾਚਕ ਨਾਮ ਨੇ। ਫੋਰ ਐਗਜ਼ਾਮਪਲ ਸੱਚ ਹਮੇਸ਼ਾ ਕੌੜਾ ਹੁੰਦਾ ਹੈ। ਇੱਥੇ ਜਿਹੜਾ ਸੱਚ ਹੈ ਅਤੇ ਕੌੜਾ ਹੈ ਇਹ ਦੋਨੋਂ ਕੀ ਨੇ? ਇਹ ਹੈਗੇ ਨੇ ਭਾਵਵਾਚਕ ਨਾਮ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 10th ਕੁਐਸਚਨ, ਖਾਸ ਨਾਮ ਸ਼ਬਦ ਚੁਣੋ। ਖਾਸ ਨਾਮ ਮੈਂ ਤੁਹਾਨੂੰ ਦੱਸਿਆ ਕਿ ਜਿਹਦੇ ਬਾਰੇ ਆਪਾਂ ਨੂੰ ਨਾਮ ਸੁਣ ਕੇ ਹੀ ਪਤਾ ਲੱਗੇ ਕਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ। ਇਹਨਾਂ ਵਿੱਚੋਂ ਖਾਸ ਨਾਮ ਹੈ ਹਰਮਿੰਦਰ ਸਾਹਿਬ, ਤਾਜ ਮਹਿਲ। ਹਰਮਿੰਦਰ ਸਾਹਿਬ, ਤਾਜ ਮਹਿਲ। ਸੋ ਇਸ ਦਾ ਰਾਈਟ ਆਨਸਰ ਹੈ ਬੀ ਆਪਸ਼ਨ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 11th ਕੁਐਸਚਨ, ਭਾਵਵਾਚਕ ਨਾਮ ਸ਼ਬਦ ਚੁਣੋ। ਭਾਵਵਾਚਕ ਨਾਮ ਸ਼ਬਦ ਹੈਗਾ ਗਰਮੀ, ਖੁਸ਼ੀ, ਬੁਢਾਪਾ, ਗਮੀ,
मिठा, कौड़ा, ये सारे की ने भाववाचक नाम ने। सो इस क्वेश्चन विच राइट आंसर है ए ऑप्शन गर्मी, खुशी, बुढ़ापा। उसके बाद नैक्सट क्वेश्चन है 12वां क्वेश्चन, अज कल सोना बहुत महंगा होया पिया है, वाक विच सोना किस किस्म का नाम है। इस विच सोना जिहड़ा हैगा ये हैगा वस्तुवाचक नाम। सो इसका राइट आंसर है ए ऑप्शन वस्तुवाचक नाम। इत्थे जरूरी नहीं है कि सोना ही देगा एग्जाम दे विच, इत्थे कोई भी वस्तु का नाम दिता जा सकता है। फॉर एग्जाम्पल दुध, घ्यो, कपड़ा, कणक, चीनी, ये सारे की ने वस्तुवाचक नाम ने। उसके बाद नैक्सट क्वेश्चन है 13th क्वेश्चन, ਜਿਹੜੇ शब्द पुरुष इस्त्री या नर मादे के भेद ਨੂੰ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ। ਜਿਹੜੇ शब्द पुरुष इस्त्री या नर मादे के भेद ਨੂੰ ਦਰਸਾਉਣ ਉਹਨਾਂ ਨੂੰ ਕਹਿੰਦੇ ਹਨ ਲਿੰਗ। ਇਸ ਦਾ ਰਾਈਟ ਆਂਸਰ ਹੈ ए ऑप्शन लिंग। फॉर एग्जाम्पल मुंडा खेड रहा है, मुंडा की हो गया इत्थे एक मुंडा हैगा लिंग। उसके बाद नैक्सट एग्जाम्पल है कुड़ी रस्सी टप रही है, इत्थे कुड़ी की हो गया, इत्थे कुड़ी भी एक लिंग है, यानी कि दोनों एग्जाम्पलों के मुंडा कुड़ी की ने लिंग ने। उसके बाद नैक्सट क्वेश्चन है 14th क्वेश्चन, पंजाबी विच लिंग दियां कितनियां किस्मां हन। पंजाबी विच लिंग दियां टोटल 2 किस्मां ने। सो इसका राइट आंसर है ए ऑप्शन 2। किहड़ियां किहड़ियां? पुलिंग अते स्त्रीलिंग, पुलिंग अते स्त्रीलिंग। अगे आपां इन्हां नूं 1 बाय 1 डिस्कस करांगे अगले MCQ दे विच। ਜਿਹੜੇ शब्द मरदावे ਜਾਂ नर भेद ਨੂੰ प्रगट करन उन्हां नूं की कहंदे हन? उन्हां नूं कहंदे हन पुलिंग। ਜਿਹੜੇ शब्द मरदावे यानी कि बंदे दे भेद ਨੂੰ ਦੱਸਣ, नर भेद ਨੂੰ ਦੱਸਣ, उन्हां नूं की कहंदे हन पुलिंग। सो इसका राइट आंसर है ए ऑप्शन पुलिंग। फॉर एग्जाम्पल कबूतर, झोटा, सोना, केड़ा, ये सारियां कादियां एग्जाम्पल ने पुलिंग दियां, पुलिंग। उसके बाद नैक्सट क्वेश्चन है 16th क्वेश्चन, पुलिंग शब्द चुनो। पुलिंग मैं तुहानूं उपर दस्सिया जिहड़ा नर दे भेद ਨੂੰ ਦੱਸਦਾ है, इस विच नर दे भेद ਨੂੰ ਦੱਸਦਾ है ए ऑप्शन घोड़ा, तोता, चाचा, भरा। सो इसका राइट आंसर है ए ऑप्शन। उसके बाद नैक्सट क्वेश्चन है 17th क्वेश्चन, ਜਿਹੜੇ शब्द इस्त्री ਜਾਂ ਮਾਦੇ ਦੇ ਭੇਦ ਨੂੰ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਨੇ ਇਸਤਰੀਲਿੰਗ। ਸੋ ਇਸਦਾ ਰਾਈਟ ਆਂਸਰ ਹੈ ए ऑप्शन ਇਸਤਰੀਲਿੰਗ। ਜਿਵੇਂ ਕਬੂਤਰੀ, ਝੋਟੀ, ਕਿਹੜੀ, ਸੋਹਣੀ ਆਦਿ, ਇਹ ਸਾਰੀਆਂ ਐਗਜ਼ਾਮਪਲ ਨੇ ਇਸਤਰੀਲਿੰਗ ਦੀਆਂ। उसके बाद नैक्सट क्वेश्चन है 18वां क्वेश्चन, इस्त्रीलिंग शब्द चुनो। इन्हां चारां ऑप्शनां दे विच इस्त्रीलिंग शब्द है माता, जट्टी, मोरनी, घोड़ी, यानी कि ਜਿਹੜੇ शब्द मादे के भेद ਨੂੰ ਦੱਸਦੇ ਹਨ ਉਹ ਹੁੰਦੇ ਨੇ इस्त्रीलिंग। माता किहनूं दस रही है? इस्त्रीलिंग ਨੂੰ दस रही है, जट्टी भी दस रही है, मोरनी भी, घोड़ी भी, ये चारों की ने इस्त्रीलिंग ने। उसके बाद नैक्सट क्वेश्चन है किहड़े शब्द का विरोधी लिंग नहीं होंदा? चंद ते धरती का कोई विरोधी लिंग नहीं होंदा। यह क्वेश्चन काफ़ी एग्जाम के रिपीट हो चुका है, सो काफ़ी इंपोर्टेंट क्वेश्चन है, याद रखियो। किहड़े शब्द का विरोधी लिंग नहीं होंदा, उसका आंसर है चंद अते धरती। सुपर इंपोर्टेंट क्वेश्चन है। उसके बाद नैक्सट क्वेश्चन है 20th क्वेश्चन, ਜਿਹੜੇ शब्द एक या बहुतियां चीज़ों का दे भेद ਨੂੰ प्रगट करन उन्हां ਨੂੰ ਕੀ ਕਹਿੰਦੇ ਹਨ? उन्हां ਨੂੰ ਕਹਿੰਦੇ ਨੇ वचन। इस दा राइट आंसर है ए ऑप्शन वचन। ਜਿਹੜੇ शब्द एक या बहुतियां चीज़ों के यानी कि एक चीज़ के बारे दसन या बहुतियां चीज़ों बारे दसन उन्हां ਨੂੰ ਕਹਿੰਦੇ ਨੇ वचन। जिवें किताब, किताबां, शीशा, शीशे, कपड़ा, कपड़े। कपड़ा जिहड़ा ये दस रहा है एक चीज़ नूं ते कपड़े दस रहे हैं काफ़ी सारिया चीज़ों, शीशा दस रहा एक चीज़, शीशे दस रहे हैं काफ़ी सारी चीज़ों, किताब दस रही है एक चीज़, तो किताबां दस रही ने काफ़ी सारिया किताबों। उसके बाद नैक्सट क्वेश्चन है 21st क्वेश्चन, वचन किन्नी तरह के होंगे हैं? वचन होंगे ने 2 तरह के, किहड़े किहड़े? एक वचन ते बहुवचन। अगे आपां एक वचन ते बहुवचन नूं अगले MCQ दे विच देखांगे। नैक्सट क्वेश्चन है 22nd क्वेश्चन, ਜਿਹੜੇ शब्द किसी वस्तु, व्यक्ति, स्थान ਦੇ ਇੱਕ ਹੋਣ ਬਾਰੇ ਦੱਸਣ, ਇੱਕ ਹੋਣ ਬਾਰੇ ਦੱਸਣ ਉਹਨਾਂ ਨੂੰ ਕੀ ਕਹਿੰਦੇ ਨੇ? ਇੱਕ ਵਚਨ। ਜਿਹੜੇ ਇੱਕ ਬਾਰੇ ਦੱਸਣ ਉਹਨਾਂ ਨੂੰ ਕਹਿੰਦੇ ਨੇ ਇੱਕ ਵਚਨ। ਸੋ ਇਸ ਦਾ ਰਾਈਟ ਆਨਸਰ ਹੈ ए ऑप्शन ਇੱਕ ਵਚਨ। ਜਿਵੇਂ ਫੋਰ ਐਗਜ਼ਾਮਪਲ ਸ਼ੀਸ਼ਾ, ਗੱਡਾ, ਮੁੰਡਾ, ਚਾਚੀ, ਕੋਠੀ, ਇਹ ਕੀ ਕੀ ਚੀਜ਼ ਬਾਰੇ ਦੱਸ ਰਹੇ ਨੇ, ਇਸ ਕਰਕੇ ਇਹ ਕੀ ਹੋ ਗਏ? ਇੱਕ ਵਚਨ। उसके बाद नैक्सट क्वेश्चन है ਜਿਹੜੇ शब्द एक तो ਵੱਧ वस्तुआं, स्थानां, व्यक्तियां आदि बारे दसन उन्हां नूं की कहंदे ने? उन्हां नूं कहंदे ने बहुवचन। ਜਿਹੜੇ एक तो ਵੱਧ बारे दसन उन्हां नूं की कहंदे ने? बहुवचन। सो इसका राइट आंसर है ए ऑप्शन अगेन बहुवचन। बहुवचन फॉर एग्जाम्पल शीशे, शीशा तो हो गया एक वचन, तो शीशे की हो गया बहुवचन। गड्ढा हो गया सी एक वचन, गड्ढे हो गए 2 वचन, बहुवचन। मुंडा हो गया सी एक वचन, मुंडे हो गए बहुवचन। चाचियाँ हो गई अगेन बहुवचन। सो इसका राइट आंसर है ए ऑप्शन बहुवचन। उसके बाद नैक्सट क्वेश्चन है 24th क्वेश्चन, वाक विच नाम की थां ते वरते जाने वाले शब्द नूं की कहा जाता है? जिहड़ा शब्द नाम की थां ते वरत्या जाता है उन्होंने कहते हैं पड़नाव। इसका राइट आंसर है ए ऑप्शन पड़नाव। जिवें देखो एग्जाम्पल ओहो, असी, मैं, तू, तुसी, मेरा, साडा, तुहाडा, उसदा, जो,
कौन आदि ये सारियां काहदियां एग्जाम्पल ने पड़नाव दियां। ਜਿਹੜੇ भी शब्द ने ਜਿਹੜੇ नाव की थां ते वरते जाते हैं, जिमें फॉर एग्जाम्पल मोहन खेडदा है, यह की हो गया, मोहन है जिहड़ा इहदे विच ये एक नाम है। जेकर आप मोहन की जगह आप यूज़ कर लीए ओह खेडदा है, ओह की हो गया, ओह हो गया पड़नाव। यानी कि जिहड़ा मोहन की जगह पर वरत्या गया ओह एक पड़नाव हो गया, नाव की थां ते वरत्या गया। ये सारे वर्ड ने जिहड़े यूज़ किए जाते हैं नाव की जगह पर। उसके बाद नैक्सट क्वेश्चन है पड़नाव दीयां कितनियां किस्मां होंदियां हन। पड़नाव दीयां टोटल टाइप्स ने 6। सो इसका राइट आंसर है सी ऑप्शन 6। किहड़ियां-किहड़ियां? पुरखवाचक पड़नाव, निजवाचक पड़नाव, संबंधवाचक पड़नाव, प्रश्नवाचक पड़नाव, निश्चयवाचक पड़नाव, अनिश्चयवाचक पड़नाव। इन्हां नूं आपां वन बाय वन डिस्कस करांगे अगली MCQs दे विच। नैक्सट क्वेश्चन है कि 26 क्वेश्चन, जिहड़े पड़नाव केवल व्यक्ति ਜਾਂ ਪੁਰਖਾਂ ਦੇ ਨਾਵਾਂ ਦੇ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਕੀ ਕਹਿੰਦੇ ਹਨ? ਜਿਹੜੇ ਪੁਰਖਾਂ ਜਾਂ ਕੇਵਲ ਵਿਅਕਤੀਆਂ ਦੇ ਨਾਂ ਤੇ ਉਹਨਾਂ ਨੂੰ ਕੀ ਕਹਿੰਦੇ ਨੇ? ਉਹਨਾਂ ਨੂੰ ਕਹਿੰਦੇ ਨੇ ਪੁਰਖਵਾਚਕ ਪੜਨਾਂਵ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਪੁਰਖਵਾਚਕ ਪੜਨਾਂਵ। ਫੋਰ ਐਗਜ਼ਾਮਪਲ ਮੈਂ, ਮੈਨੂੰ, ਸਾਡਾ, ਅਸੀਂ, ਤੁਸੀਂ, ਤੁਹਾਡਾ, ਉਸਦਾ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 27ਵਾਂ ਕੁਐਸਚਨ, ਪੁਰਖਵਾਚਕ ਪੜਨਾਂਵ ਚੁਣੋ। ਪੁਰਖਵਾਚਕ ਪੜਨਾਂਵ ਜਿਹੜੇ ਕਿ ਪੁਰਖਾਂ ਦੇ ਨਾਵਾਂ ਦੇ ਥਾਂ ਤੇ ਵਰਤੇ ਜਾਂਦੇ ਹਨ। ਉੱਪਰ ਮੈਂ ਤੁਹਾਨੂੰ ਦੱਸਿਆ पुरखवाचक पड़नाव है बी ऑप्शन, ओह, असी, मैं, साडा। सो इसका राइट आंसर है बी ऑप्शन, ओह, असी, मैं, साडा। उसके बाद नैक्सट क्वेश्चन है 28वां क्वेश्चन, पुरखवाचक पड़नाव अगे किन्ने भागों में वंडे गए जाते हैं? पुरखवाचक पड़नाव ने जिहड़े अगे 3 भागों में वंडे गए हैं। किहड़े-किहड़े? उत्तम पुरख, मध्यम पुरख ते अन्य पुरख। उत्तम पुरख, मध्यम पुरख और अन्य पुरख, इन्हों आप वन बाय वन डिस्कस करांगे अगले MCQ दे विच। वाक विच गल करन वाले नूं की कहा जाता है? गल करन वाले नूं कहा जाता है उत्तम पुरख। सो इसका राइट आंसर है ए ऑप्शन उत्तम पुरख। जिवें फॉर एग्जाम्पल मैं जित गया, इस एग्जाम्पल दे विच मैं की हो गया? मैं एक उत्तम पुरख हो गया। नैक्सट एग्जाम्पल है मेरा भरा डॉक्टर है, मेरा की है इहदे विच? मेरा भी हैगा इहदे विच उत्तम पुरख। पहले सेंटेंस दे विच मैं, सैकेंड सेंटेंस दे विच मेरा, दोनों की ने उत्तम पुरख वाचक पड़नाव ने। सो इसका राइट आंसर है ए ऑप्शन उत्तम पुरख। उसके बाद नैक्सट क्वेश्चन है 30वां क्वेश्चन, उत्तम पुरख चुनो। उत्तम पुरख वो होंदा है जिहड़ा गल कर रहा होंदा है। सो इन्हां विच उत्तम पुरख है डी ऑप्शन, मैं, मेरा, साडा, डी ऑप्शन। उसके बाद नैक्सट क्वेश्चन है 31वां क्वेश्चन, वाक विच जिस नाल गल कीती जावे उसनूं की कहंदे हन? उसनूं कहंदे ने मध्यम पुरख। सो इसका राइट आंसर है ए ऑप्शन मध्यम पुरख। जिवें फॉर एग्जाम्पल तुसीं कित्थे जा रहे हो, इस दे विच जिहड़ा तुसीं है यह की है? मध्यम पुरख। सैकेंड सेंटेंस दे विच तुहानूं इत्थे आना पवेगा, इस सेंटेंस दे विच जिहड़ा तुहानूं है यह भी एक हैगा मध्यम पुरख। यानी कि जिस नाल गल कीती जा रही है उहनूं कहंदे ने मध्यम पुरख। इन्हां दी एग्जाम्पल हैगी आ तुसीं, तुहानूं। उसके बाद नैक्सट क्वेश्चन है मध्यम पुरख चुनो। मध्यम पुरख हैगा तू, तुसी, तुहाडा। इसका राइट आंसर है ए ऑप्शन तू, तुसी, तुहाडा। उसके बाद नैक्सट क्वेश्चन है 33वां क्वेश्चन, वाक विच जिस बारे गल की जा रही होए उसनूं की कहंदे हन? जिस बारे गल की जा रही होंदी है उसनूं कहंदे ने अन्य पुरख। इसका राइट आंसर है ए ऑप्शन अन्य पुरख। फॉर एग्जाम्पल यह वकील है, यह की हो गया? इस दे विच यह हैगा अन्य पुरख। उसके बाद एक एग्जाम्पल हो रहा है, ओह मेरे चाचा जी हैं, यानी कि जिहड़ा ओह है ना यह हैगा अन्य पुरख जिस बारे गल की जा रही होंदी है। यानी कि यह बारे गल हो रही है, जिहड़ा वकील है यह की हो गया? अन्य पुरख। इसी तरह ओह मेरे चाचा जी हैं, यानी कि जिहड़ा ओह है वह यूज़ होया अन्य पुरख की तरह। सो इसका राइट आंसर है ए ऑप्शन अन्य पुरख। उसके बाद नैक्सट क्वेश्चन है 34वां क्वेश्चन, जिहड़े पड़नाव करता की थां ते वरते जावे उस नूं की कहंदे हन? ਜਾਂ ਤਾਂ ਕਰਤਾ ਦੀ ਥਾਂ 'ਤੇ ਵਰਤਿਆ ਜਾਵੇ ਜਾਂ ਫਿਰ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਵੀ ਦੱਸੇ। ਦੋਨਾਂ ਦੇ ਵਿੱਚੋਂ ਕੁਝ ਵੀ ਕਰੇ ਉਸ ਨੂੰ ਕਹਿੰਦੇ ਹਨ ਨਿੱਜਵਾਚਕ ਪੜਨਾਂਵ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ ਨਿੱਜਵਾਚਕ ਪੜਨਾਂਵ। ਚਾਹੇ ਤਾਂ ਉਹ ਕਰਤਾ ਦੀ ਥਾਂ 'ਤੇ ਆਵੇ ਜਾਂ ਫਿਰ ਕਰਤਾ ਦੇ ਨਾਲ ਆ ਕੇ ਕਰਤਾ ਦੀ ਹੀ ਵਿਸ਼ੇਸ਼ਤਾ ਦੱਸੇ, ਉਸ ਨੂੰ ਕਹਿੰਦੇ ਹਨ ਨਿੱਜਵਾਚਕ ਪੜਨਾਂਵ। ਫੋਰ ਐਗਜ਼ਾਮਪਲ ਤੁਸੀਂ ਆਪ ਉਸ ਨਾਲ ਨਜਿੱਠੋ। ਇਸ ਵਾਕ ਵਿੱਚ ਜਿਹੜਾ ਆਪ ਹੈ ਨਾ ਇਹ ਹੈਗਾ ਨਿੱਜਵਾਚਕ ਪੜਨਾਂਵ, ਜਿਹੜਾ ਕਿ ਕਰਤਾ ਦੇ ਨਾਲ ਆਇਆ ਹੈ, ਨਾ ਕਿ ਕਰਤਾ ਦੀ ਜਗ੍ਹਾ 'ਤੇ ਆਇਆ ਹੈ। ਇਹ ਕਰਤਾ ਦੇ ਨਾਲ ਆਇਆ ਹੈ, ਤੁਸੀਂ ਉਸ ਨਾਲ ਆਪ ਨਜਿੱਠੋ। ਆਪ ਇੱਥੇ ਕੀ ਹੈਗਾ? ਨਿੱਜਵਾਚਕ ਪੜਨਾਂਵ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 35ਵਾਂ ਕੁਐਸਚਨ, ਨਿੱਜਵਾਚਕ ਪੜਨਾਂਵ ਚੁਣੋ। ਇਸ ਦੇ ਵਿੱਚ ਨਿੱਜਵਾਚਕ ਪੜਨਾਂਵ ਹੈਗੇ ਹਨ ਆਪ, ਆਪਸ। ਸੋ ਇਸ ਦਾ ਰਾਈਟ ਆਨਸਰ ਹੈ ਇਹ ਆਪਸ਼ਨ ਆਪ, ਆਪਸ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 36ਵਾਂ ਕੁਐਸਚਨ, ਜਿਹੜਾ ਪੜਨਾਂਵ ਹੁੰਦਿਆਂ ਹੋਇਆਂ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਕੀ ਕਹਿੰਦੇ ਹਨ?
ਜਿਹੜਾ ਸੰਬੰਧ ਜੋੜਦਾ ਹੈ ਉਹਨੂੰ ਕਹਿੰਦੇ ਨੇ ਸੰਬੰਧਵਾਚਕ ਪੜ੍ਹਨਾਂਵ। ਇੱਥੇ ਦੇਖੋ ਯੋਜਕ ਵਾਂਗ ਆਪਸ ਵਿੱਚ ਜੋੜੇ, ਮਤਲਬ ਕਿ ਇੱਕ ਸੈਂਟੈਂਸ ਨੂੰ ਦੂਜੇ ਸੈਂਟੈਂਸ ਨਾਲ ਇੱਕ ਤਰ੍ਹਾਂ ਦਾ ਸੰਬੰਧ ਉਤਪੰਨ ਕਰੇ। ਜਿਵੇਂ ਫੋਰ ਐਗਜ਼ਾਮਪਲ ਮੋਹਨ ਖੇਡਦਾ ਹੈ ਪਰ ਪੜ੍ਹਦਾ ਵੀ ਹੈ। ਇੱਥੇ ਜਿਹੜਾ ਪਰ ਹੈ ਨਾ, ਇਹ ਇੱਕ ਤਰ੍ਹਾਂ ਦਾ ਸੰਬੰਧਵਾਚਕ ਪੜ੍ਹਨਾਂਵ ਹੈ ਜਿਹੜਾ ਕਿ ਮੋਹਨ ਖੇਡਦਾ ਹੈ ਤੇ ਮੋਹਨ ਪੜ੍ਹਦਾ ਹੈ, ਦੋਨਾਂ ਨੂੰ ਆਪਸ ਵਿੱਚ ਜੋੜ ਰਿਹਾ ਹੈ, ਯਾਨੀ ਕਿ ਇੱਕ ਤਰ੍ਹਾਂ ਦਾ ਸੰਬੰਧ ਉਤਪੰਨ ਕਰ ਰਿਹਾ ਹੈ ਇਹਨਾਂ ਦੋਨਾਂ ਸੈਂਟੈਂਸ ਦੇ ਵਿੱਚ। ਸੋ ਇਸ ਕਰਕੇ ਇਸ ਨੂੰ ਕਿਹਾ ਜਾਂਦਾ ਸੰਬੰਧਵਾਚਕ ਪੜ੍ਹਨਾਂਵ। ਫੋਰ ਐਗਜ਼ਾਮਪਲ ਮੋਹਨ ਉਸੇ ਵਿਦਿਆਰਥੀ ਦਾ ਨਾਮ ਹੈ ਜਿਹੜਾ ਬਹੁਤ ਸ਼ਰਾਰਤੀ ਹੈ, ਯਾਨੀ ਕਿ ਜਿਹੜਾ ਹੈ ਨਾ ਇੱਥੇ ਕੋਮੇ ਤੋਂ ਬਾਅਦ ਇਹ ਹੈਗਾ ਸੰਬੰਧਵਾਚਕ ਪੜ੍ਹਨਾਂਵ ਜਿਹੜਾ ਕਿ ਯੋਜਕ ਵਾਂਗ ਕੰਮ ਕਰ ਰਿਹਾ ਹੈ। ਮੋਹਨ ਉਸੇ ਵਿਦਿਆਰਥੀ ਦਾ ਨਾਮ ਹੈ ਅਤੇ ਮੋਹਨ ਸ਼ਰਾਰਤੀ ਹੈ, ਦੋਨਾਂ ਸੈਂਟੈਂਸਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰ ਰਿਹਾ ਹੈ, ਐਜ਼ ਏ ਯੋਜਕ ਕੰਮ ਕਰ ਰਿਹਾ ਹੈ ਜਿਹੜਾ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 37ਵਾਂ ਕੁਐਸਚਨ, ਸੰਬੰਧਵਾਚਕ ਪੜ੍ਹਨਾਂਵ ਚੁਣੋ। ਚਾਰ ਆਪਸ਼ਨਾਂ ਦੇ ਵਿੱਚ ਸੰਬੰਧਵਾਚਕ ਪੜ੍ਹਨਾਂਵ ਹੈਗਾ ਜੋ, ਜਿਹੜਾ, ਜਿਸ। ਜੋ, ਜਿਹੜਾ, ਜਿਸ, ਸੀ ਆਪਸ਼ਨ। ਜਿਵੇਂ ਫੋਰ ਐਗਜ਼ਾਮਪਲ ਮੋਹਨ ਪੜ੍ਹਦਾ ਹੈ ਜਿਸ ਦੀ ਦੁਕਾਨ ਬਾਜ਼ਾਰ ਵਿੱਚ ਹੈ, ਇਹ ਉਹੀ ਮੁੰਡਾ ਹੈ ਜਿਹੜਾ ਇਸ ਵਾਰ ਪਾਸ ਹੋਇਆ ਹੈ। ਸੋ ਇਸ ਤਰ੍ਹਾਂ ਦੀਆਂ ਲੋਟ ਆਫ ਐਗਜ਼ਾਮਪਲ ਜਿਹੜੀਆਂ ਬਣ ਸਕਦੀਆਂ ਨੇ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 38ਵਾਂ ਕੁਐਸਚਨ, ਜਿਹੜੇ ਪੜ੍ਹਨਾਂਵ ਪ੍ਰਸ਼ਨ ਪੁੱਛਣ ਦਾ ਕੰਮ ਕਰਦੇ ਹੋਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਹਨ ਪ੍ਰਸ਼ਨਵਾਚਕ ਪੜ੍ਹਨਾਂਵ, ਯਾਨੀ ਕਿ ਪ੍ਰਸ਼ਨ ਪੁੱਛਣ ਦਾ ਕੰਮ ਕਰਨੇ ਨੇ ਤਾਂ ਕੀ ਹੋਣਗੇ ਉਹ ਪ੍ਰਸ਼ਨਵਾਚਕ ਪੜ੍ਹਨਾਂਵ ਹੀ ਹੋਣਗੇ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ, ਪ੍ਰਸ਼ਨਵਾਚਕ ਪੜ੍ਹਨਾਂਵ। ਫੋਰ ਐਗਜ਼ਾਮਪਲ ਕੌਣ ਗਾ ਰਿਹਾ ਹੈ, ਇਹਦੇ ਕੌਣ ਕੀ ਹੈ? ਕੌਣ ਹੈਗਾ ਪ੍ਰਸ਼ਨਵਾਚਕ ਪੜ੍ਹਨਾਂਵ, ਯਾਨੀ ਕਿ ਕੌਣ ਨੇ ਇਸ ਨੂੰ ਇੱਕ ਕੁਐਸਚਨ ਬਣਾ ਦਿੱਤਾ ਹੈ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 39ਵਾਂ ਕੁਐਸਚਨ, ਪ੍ਰਸ਼ਨਵਾਚਕ ਪੜ੍ਹਨਾਂਵ ਚੁਣੋ। ਪ੍ਰਸ਼ਨਵਾਚਕ ਪੜ੍ਹਨਾਂਵ ਹੈਗੇ ਹਨ ਕੀ, ਕਿਹੜਾ, ਕੌਣ। ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ, ਕੀ, ਕਿਹੜਾ, ਕੌਣ। ਨੈਕਸਟ ਕੁਐਸਚਨ ਹੈ 40ਵਾਂ ਕੁਐਸਚਨ, ਜਿਹੜੇ ਪੜ੍ਹਨਾਂਵ ਕਿਸੇ ਦੂਰ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਬਾਰੇ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਹਨ ਨਿਸ਼ਚੈਵਾਚਕ ਪੜ੍ਹਨਾਂਵ। ਜਿਹੜੇ ਪੜ੍ਹਨਾਂਵ ਕਿਸੇ ਦੂਰ ਦੀ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਦੱਸਣ। ਜਿਵੇਂ ਫੋਰ ਐਗਜ਼ਾਮਪਲ ਇਹ ਮੇਰੀ ਦੁਕਾਨ ਹੈ, ਮੈਂ ਸਾਹਮਣੇ ਇਸ਼ਾਰਾ ਕਰਕੇ ਕਹਾਂ ਇਹ ਮੇਰੀ ਦੁਕਾਨ ਹੈ, ਜਾਂ ਇਹ ਮੇਰਾ ਘਰ ਹੈ, ਇਹ ਸਾਰੇ ਕੀ ਨੇ? ਨਿਸ਼ਚੈਵਾਚਕ ਪੜ੍ਹਨਾਂਵ ਨੇ। ਜਿਵੇਂ ਫੋਰ ਐਗਜ਼ਾਮਪਲ ਉਹ ਮੋਹਨ ਦਾ ਘਰ ਹੈ, ਯਾਨੀ ਕਿ ਜਿਹੜਾ ਇਹਦੇ ਵਿੱਚ ਉਹ ਯੂਜ਼ ਹੋਇਆ ਹੈ ਇਹ ਕਾਹਦੇ ਲਈ ਯੂਜ਼ ਹੋਇਆ ਹੈ? ਇਹ ਹੋਇਆ ਨਿਸ਼ਚੈਵਾਚਕ ਪੜ੍ਹਨਾਂਵ ਦੇ ਲਈ। ਉਸ ਦੇ ਬਾਅਦ ਇੱਕ ਐਗਜ਼ਾਮਪਲ ਹੋ ਰਿਹਾ ਹੈ ਇਹ ਮੇਰਾ ਸਕੂਲ ਹੈ, ਇਹ ਕਿਹਦੇ ਲਈ ਯੂਜ਼ ਹੋਇਆ ਹੈ? ਨਿਸ਼ਚੈਵਾਚਕ ਪੜ੍ਹਨਾਂਵ ਦੇ ਲਈ ਯੂਜ਼ ਹੋਇਆ ਹੈ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਨਿਸ਼ਚੈਵਾਚਕ ਪੜ੍ਹਨਾਂਵ। ਨਿਸ਼ਚੈਵਾਚਕ ਪੜ੍ਹਨਾਂਵ ਚੁਣਨਾ ਆਪਾਂ ਨੇ ਚਾਰ ਆਪਸ਼ਨਾਂ ਦੇ ਵਿੱਚੋਂ। ਇਸ ਦੇ ਵਿੱਚ ਨਿਸ਼ਚੈਵਾਚਕ ਪੜ੍ਹਨਾਂਵ ਹੈਗਾ ਉਹ, ਆ, ਇਹ ਸਾਰੇ ਕੀ ਨੇ? ਨਿਸ਼ਚੈਵਾਚਕ ਪੜ੍ਹਨਾਂਵ ਨੇ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 42ਵਾਂ ਕੁਐਸਚਨ, ਨਿਸ਼ਚੈਵਾਚਕ ਪੜ੍ਹਨਾਂਵ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਨਿਸ਼ਚੈਵਾਚਕ ਪੜ੍ਹਨਾਂਵ ਟੋਟਲ ਦੋ ਤਰ੍ਹਾਂ ਦੇ ਹੁੰਦੇ ਹਨ। ਕਿਹੜੇ? ਨਿਕਟਵਰਤੀ ਤੇ ਦੂਰਵਰਤੀ। ਨਿਕਟਵਰਤੀ ਨਿਸ਼ਚੈਵਾਚਕ ਪੜ੍ਹਨਾਂਵ, ਦੂਰਵਰਤੀ ਨਿਸ਼ਚੈਵਾਚਕ ਪੜ੍ਹਨਾਂਵ। ਇਹਨਾਂ ਨੂੰ ਆਪਾਂ 1 ਬਾਏ 1 ਡਿਸਕਸ ਕਰਾਂਗੇ ਅੱਗੇ ਨੈਕਸਟ MCQ ਦੇ ਵਿੱਚ। 43ਵਾਂ ਕੁਐਸਚਨ, ਜਿਹੜੇ ਪੜ੍ਹਨਾਂਵ ਨੇੜੇ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਉਹਨਾਂ ਨੂੰ ਕੀ ਕਹਿੰਦੇ ਹਨ? ਜਿਹੜੇ ਪੜ੍ਹਨਾਂਵ ਨੇੜੇ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਉਹਨਾਂ ਨੂੰ ਕਹਿੰਦੇ ਹਨ ਨਿਕਟਵਰਤੀ ਨਿਸ਼ਚੈਵਾਚਕ ਪੜ੍ਹਨਾਂਵ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ, ਨਿਕਟਵਰਤੀ ਨਿਸ਼ਚੈਵਾਚਕ ਪੜ੍ਹਨਾਂਵ। ਫੋਰ ਐਗਜ਼ਾਮਪਲ ਇਹ, ਇਸ, ਇੰਨਾ, ਇਹ ਕਾਹਦੇ ਲਈ ਯੂਜ਼ ਕਰਦੇ ਆਪਾਂ? ਨਿਕਟਵਰਤੀ ਨਿਸ਼ਚੈਵਾਚਕ ਪੜ੍ਹਨਾਂਵ ਦੇ ਲਈ, ਜਿਹੜੇ ਕਿ ਨੇੜੇ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਦੇ ਹਨ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 44ਵਾਂ ਕੁਐਸਚਨ, ਜਿਹੜੇ ਪੜ੍ਹਨਾਂਵ ਦੂਰ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਹਨ ਦੂਰਵਰਤੀ ਨਿਕਟਵਾਚਕ ਕਿਰਿਆ ਵਿਸ਼ੇਸ਼ਣ, ਪੜ੍ਹਨਾਂਵ, ਦੂਰਵਰਤੀ ਨਿਸ਼ਚੈਵਾਚਕ ਪੜ੍ਹਨਾਂਵ। ਇਸ ਦੀ ਐਗਜ਼ਾਮਪਲ ਹੈਗੀ ਆ ਉਹ, ਉਸ, ਉਹਨਾਂ ਆਦਿ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 45ਵਾਂ ਕੁਐਸਚਨ, ਜਿਹੜੇ ਪੜ੍ਹਨਾਂਵ ਕਿਸੇ ਚੀਜ਼ ਦਾ ਅੰਦਾਜ਼ਾ ਹੀ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ? ਅੰਦਾਜ਼ਾ ਦੱਸਣਾ, ਯਾਨੀ ਕਿ ਐਸਟੀਮੇਟ ਦੱਸਣਾ, ਉਹਨਾਂ ਨੂੰ ਕਹਿੰਦੇ ਹਨ ਅਨਿਸ਼ਚੈਵਾਚਕ ਪੜ੍ਹਨਾਂਵ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ, ਅਨਿਸ਼ਚੈਵਾਚਕ ਪੜ੍ਹਨਾਂਵ। ਜਿਵੇਂ ਫੋਰ ਐਗਜ਼ਾਮਪਲ ਸਾਰੇ, ਕੁਝ, ਕੁਝ ਕੁ, ਇਹ ਸਾਰੇ ਕੀ ਨੇ? ਅਨਿਸ਼ਚੈਵਾਚਕ ਪੜ੍ਹਨਾਂਵ ਨੇ, ਕਿਉਂਕਿ ਇਹ ਆਪਾਂ ਨੂੰ ਇੱਕ ਅੰਦਾਜ਼ਾ ਦੱਸ ਰਹੇ ਨੇ, ਨਾ ਕਿ ਐਕੂਰੇਟ ਦੱਸ ਰਹੇ ਨੇ। ਇਸ ਦੀ ਐਗਜ਼ਾਮਪਲ ਦੇਖ ਲੈਂਦੇ ਹਾਂ। ਇਮਤਿਹਾਨ ਵਿੱਚੋਂ ਕੁਝ ਫੇਲ ਹੋ ਗਏ ਪਰ ਬਹੁਤੇ ਪਾਸ ਵੀ ਹੋਏ ਹਨ, ਯਾਨੀ ਕਿ ਜਿਹੜਾ ਇੱਥੇ ਕੁਝ ਅਤੇ ਬਹੁਤੇ ਇਹ ਦੋਨੇ ਕਾਹਦੇ ਲਈ ਯੂਜ਼ ਹੋਏ ਨੇ? ਇਹ ਯੂਜ਼ ਹੋਏ ਨੇ ਅਨਿਸ਼ਚੈਵਾਚਕ ਪੜ੍ਹਨਾਂਵ ਦੇ ਲਈ, ਅਨਿਸ਼ਚੈਵਾਚਕ ਪੜ੍ਹਨਾਂਵ ਦੇ ਲਈ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 46ਵਾਂ ਕੁਐਸਚਨ, ਅਨਿਸ਼ਚੈਵਾਚਕ ਪੜ੍ਹਨਾਂਵ ਚੁਣੋ। ਅਨਿਸ਼ਚੈਵਾਚਕ ਪੜ੍ਹਨਾਂਵ ਚੁਣਨਾ ਹੈ ਆਪਾਂ ਨੇ 46ਵਾਂ ਕੁਐਸਚਨ ਦੇ ਵਿੱਚ। ਇਸ ਦੇ ਵਿੱਚ ਅਨਿਸ਼ਚੈਵਾਚਕ ਪੜ੍ਹਨਾਂਵ ਹੈਗਾ ਏ ਆਪਸ਼ਨ, ਸਾਰੇ, ਕਈ, ਕੁਝ, ਬਹੁਤੇ। ਇਹ ਸਾਰੀਆਂ ਕਾਹਦੀਆਂ ਐਗਜ਼ਾਮਪਲ ਨੇ? ਅਨਿਸ਼ਚੈਵਾਚਕ ਪੜ੍ਹਨਾਂਵ ਦੀਆਂ, ਜਿਹੜੀ ਕਿ ਐਕੂਰੇਟ ਨਹੀਂ ਦੱਸ ਰਹੇ ਵੀ ਜਿੰਨੇ ਦੇ ਜਿੰਨੇ ਹੈਗੇ ਨੇ ਸਾਰੇ, ਕਈ, ਕੁਝ, ਇਹ ਸਾਰੀਆਂ ਆਪਾਂ ਨੂੰ ਨਿਸ਼ਚਿਤ ਚੀਜ਼ ਨਹੀਂ ਦੱਸ ਰਹੇ, ਇਹ ਇੱਕ ਅਨਿਸ਼ਚਿਤ ਚੀਜ਼ ਦੱਸ ਰਹੇ ਨੇ, ਇਸ ਲਈ ਇਹ ਹੈਗੇ ਨੇ ਅਨਿਸ਼ਚੈਵਾਚਕ ਪੜ੍ਹਨਾਂਵ।
उसके बाद नैक्सट क्वेश्चन है ਜਿਹੜੇ शब्द किसी नाव ਜਾਂ ਪੜਨਾਂਵ ਦੇ ਗੁਣ ਔਗੁਣ ਜਾਂ ਗਿਣਤੀ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਨੇ ਵਿਸ਼ੇਸ਼ਣ। ਨਾਮ ਪੜਨਾਂਵ ਦੇ ਗੁਣ ਜਾਂ ਤਾਂ ਗੁਣ ਦੱਸਣ, ਔਗੁਣ ਦੱਸਣ, ਮਿਣਤੀ, ਗਿਣਤੀ, ਇਹ ਚੀਜ਼ਾਂ ਦੱਸਣ, ਇਹਨਾਂ ਨੂੰ ਕਹਿੰਦੇ ਹਨ ਵਿਸ਼ੇਸ਼ਣ। ਸੋ ਇਸ ਦਾ ਰਾਈਟ ਆਨਸਰ ਹੈ ਬੀ ਆਪਸ਼ਨ ਵਿਸ਼ੇਸ਼ਣ। ਫੋਰ ਐਗਜ਼ਾਮਪਲ ਹਰਮਨ ਮਿਹਨਤੀ ਮੁੰਡਾ ਹੈ, ਇਸ ਦੇ ਵਿੱਚ ਮਿਹਨਤੀ ਕੀ ਹੈ? ਮਿਹਨਤੀ ਇੱਕ ਵਿਸ਼ੇਸ਼ਣ ਹੈ ਜਿਹੜਾ ਕਿ ਹਰਮਨ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਕਿ ਉਹ ਇੱਕ ਮਿਹਨਤੀ ਮੁੰਡਾ ਹੈ। ਹਰਮਨ ਕੀ ਹੈ? ਇੱਥੇ ਇੱਕ ਨਾਮ ਹੈ, ਨਾਮ ਦੀ ਵਿਸ਼ੇਸ਼ਤਾ ਦੱਸਦਾ ਜਿਹੜਾ ਉਹ ਵੀ ਕੀ ਹੁੰਦਾ ਹੈ? ਵਿਸ਼ੇਸ਼ਣ ਹੀ ਤਾਂ ਹੁੰਦਾ ਹੈ। ਉਸ ਦੇ ਬਾਅਦ ਨੈਕਸਟ ਐਗਜ਼ਾਮਪਲ ਹੈਗੀ ਆ 10 ਸਿਪਾਹੀ ਡਿਊਟੀ 'ਤੇ ਹਨ। ਇਸ ਦੇ ਵਿੱਚ 10 ਸਿਪਾਹੀ ਕੀ ਨੇ? 10 ਸਿਪਾਹੀ ਵੀ ਇੱਕ ਵਿਸ਼ੇਸ਼ਣ ਦਾ ਕੰਮ ਕਰ ਰਹੇ ਹਨ ਇਸ ਸੈਂਟੈਂਸ ਦੇ ਵਿੱਚ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 48th ਕੁਐਸਚਨ, ਵਿਸ਼ੇਸ਼ਣ ਚੁਣੋ। ਵਿਸ਼ੇਸ਼ਣ ਹੈਗਾ ਏ ਆਪਸ਼ਨ, ਕਾਲਾ, ਚੰਗਾ, ਚਾਰ, ਪੀਲਾ, ਗੋਰਾ, ਮਿੱਠਾ, ਖੱਟਾ, ਕੌੜਾ, ਇਹ ਸਾਰੇ ਕੀ ਨੇ? ਇਹ ਸਾਰੇ ਹੈਗੇ ਨੇ ਵਿਸ਼ੇਸ਼ਣ, ਯਾਨੀ ਕਿ ਕਿਸੇ ਨਾ ਕਿਸੇ ਦੀ ਵਿਸ਼ੇਸ਼ਤਾ ਦੱਸ ਰਹੇ ਹਨ, ਇਹ ਹੁੰਦੇ ਨੇ ਵਿਸ਼ੇਸ਼ਣ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 49th ਕੁਐਸਚਨ, ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਵਿਸ਼ੇਸ਼ਣ ਦੀਆਂ ਟੋਟਲ ਟਾਈਪਸ ਨੇ 5। ਸੋ ਇਸ ਦਾ ਰਾਈਟ ਆਨਸਰ ਹੈ ਡੀ ਆਪਸ਼ਨ 5। ਕਿਹੜੀਆਂ ਕਿਹੜੀਆਂ? ਗੁਣਵਾਚਕ ਵਿਸ਼ੇਸ਼ਣ, ਸੰਖਿਅਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ, ਪੜਨਾਵੀ ਵਿਸ਼ੇਸ਼ਣ। ਇਸ ਤੋਂ ਬਾਅਦ ਆਪਾਂ 1 ਬਾਏ 1 ਡਿਸਕਸ ਕਰਾਂਗੇ ਇਹਨਾਂ ਨੂੰ ਨੈਕਸਟ MCQ ਦੇ ਵਿੱਚ। 50th ਕੁਐਸਚਨ, ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ ਔਗੁਣ ਪ੍ਰਗਟ ਕਰਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਕੀ ਕਹਿੰਦੇ ਹਨ? ਯਾਨੀ ਕਿ ਕਿਸੇ ਵਸਤੂ ਦੇ ਗੁਣ ਜਾਂ ਔਗੁਣ ਪ੍ਰਗਟ ਕਰਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਕਹਿੰਦੇ ਹਨ ਗੁਣਵਾਚਕ ਵਿਸ਼ੇਸ਼ਣ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ, ਗੁਣਵਾਚਕ ਵਿਸ਼ੇਸ਼ਣ। ਜਿਵੇਂ ਫੋਰ ਐਗਜ਼ਾਮਪਲ ਗੁਰਜੀਤ ਨੇ ਕਾਲੀ ਪੱਗ ਬੰਨੀ ਹੈ। ਇਸ ਵਾਕ ਦੇ ਵਿੱਚ ਕਾਲੀ ਕੀ ਹੈਗਾ? ਕਾਲੀ ਇੱਕ ਗੁਣਵਾਚਕ ਵਿਸ਼ੇਸ਼ਣ ਹੈ ਜਿਹਨੇ ਕਿ ਪੱਗ ਦੀ ਵਿਸ਼ੇਸ਼ਤਾ ਦੱਸੀ ਹੈ ਕਿ ਉਸਨੇ ਕਾਲੀ ਪੱਗ ਬੰਨੀ ਹੈ। ਇਸ ਕਰਕੇ ਇਹ ਇੱਕ ਗੁਣਵਾਚਕ ਵਿਸ਼ੇਸ਼ਣ ਹੈ ਜੋ ਕਿ ਕਿਸੇ ਦੀ ਕੁਆਲਿਟੀ ਦੱਸ ਰਿਹਾ ਹੈ, ਗੁਣ ਦੱਸ ਰਿਹਾ ਹੈ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 51st ਕੁਐਸਚਨ, ਗੁਣਵਾਚਕ ਵਿਸ਼ੇਸ਼ਣ ਚੁਣੋ। ਗੁਣਵਾਚਕ ਵਿਸ਼ੇਸ਼ਣ ਹੈਗੇ ਨੇ ਸੁੰਦਰ, ਪਤਲਾ, ਮਿੱਠਾ, ਕੌੜਾ, ਇਹ ਸਾਰੇ ਕੀ ਨੇ? ਗੁਣਵਾਚਕ ਵਿਸ਼ੇਸ਼ਣ। ਜਿਵੇਂ ਕਿ ਰਾਮ ਸੁੰਦਰ ਹੈ, ਇਹ ਇੱਕ ਰਾਮ ਦੀ ਕੁਆਲਿਟੀ ਦੱਸ ਰਿਹਾ ਹੈ, ਰਾਮ ਦਾ ਗੁਣ ਦੱਸ ਰਿਹਾ ਹੈ ਕਿ ਉਹ ਸੁੰਦਰ ਹੈ, ਇਸ ਕਰਕੇ ਇਹ ਕੀ ਹੋ ਗਿਆ? ਗੁਣਵਾਚਕ ਵਿਸ਼ੇਸ਼ਣ। ਜਿਵੇਂ ਇੱਕ ਹੋਰ ਐਗਜ਼ਾਮਪਲ ਕੁੜੀ ਪਤਲੀ ਹੈ, ਇਸ ਦੇ ਵਿੱਚ ਪਤਲੀ ਜੋ ਯੂਜ਼ ਹੋਇਆ ਹੈ ਇਹ ਇੱਕ ਗੁਣਵਾਚਕ ਵਿਸ਼ੇਸ਼ਣ ਹੈ ਜੋ ਕਿ ਕੁੜੀ ਦੀ ਕੁਆਲਿਟੀ ਦੱਸ ਰਿਹਾ ਹੈ ਕਿ ਉਹ ਪਤਲੀ ਹੈ। ਇਸ ਤਰ੍ਹਾਂ ਦੇ ਹੁੰਦੇ ਹਨ ਸਾਰੇ ਗੁਣਵਾਚਕ ਵਿਸ਼ੇਸ਼ਣ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 52nd ਕੁਐਸਚਨ, ਗੁਣਵਾਚਕ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਗੁਣਵਾਚਕ ਵਿਸ਼ੇਸ਼ਣ ਦੀਆਂ ਟੋਟਲ ਟਾਈਪਸ ਨੇ 3। ਕਿਹੜੀਆਂ ਕਿਹੜੀਆਂ? ਸਧਾਰਨ ਅਵਸਥਾ, ਅਧਿਕਤਰ ਅਵਸਥਾ, अधिकतम अवस्था। सधारण अवस्था, अधिकतर अवस्था, अधिकतम अवस्था। उस दे बाद नैक्सट आप 1 बाय 1 डिस्कस करांगे नैक्सट MCQ दे विच। 53rd क्वेश्चन, जदों किसी नाव या पड़नाव के विशेषण का गुण अवगुण सधारण रूप में ही दस्सिया जाए उसनूं की कहते हैं? उसनूं कहते हैं सधारण अवस्था। सो इसका राइट आंसर है ए ऑप्शन, सधारण अवस्था। फॉर एग्जाम्पल यह लड़का चुस्त है, यह की है? यह एक सधारण अवस्था है, यानी कि एक लड़के की क्वालिटी दसी है कि यह चुस्त है, दैट इज़ वाई यह एक सधारण अवस्था होगी। उस दे बाद नैक्सट आप देखते हैं अधिकतर किनू कहते हैं? जदों किसी गुण या अवगुण विच दो विशेषां की एक दूजे नाल तुलना की जाए अते एक दूजे नूं वध के दस्सिया जाए, जां तां उन्हां दोनां दे विच तुलना होवे ਜਾਂ एक दूजे नूं वध के दस्सिया जाए, वो किहड़ी अवस्था होंदी है? वो होंदी है अधिकतर अवस्था। सो इसका राइट आंसर है बी ऑप्शन, अधिकतर अवस्था। जिवें फॉर एग्जाम्पल यह लड़का उस नाल चुस्त है, यानी कि उस लड़के नालों यह लड़का जिहड़ा ये चुस्त है, उस लड़के नालों यह अधिकतर अवस्था है उसकी। अधिकतर अवस्था नूं आपां इंग्लिश दे विच कंपैरेटिव डिग्री बोलते हैं। तुसीं इंग्लिश नाल लिंक करके भी इसनूं समझ सकते हो। उस दे बाद नैक्सट क्वेश्चन है 55th क्वेश्चन, जदों दो तो वध विशेषां की आपस में तुलना की जाए और एक दूजे नूं सब नालों चंगा दस्सिया जाए, वह किहड़ी अवस्था होंदी है? वह होंदी है अधिकतम अवस्था। सो इसका राइट आंसर है सी ऑप्शन, अधिकतम अवस्था। इंग्लिश में अधिकतम अवस्था नूं कहा जाता है सुपरलेटिव डिग्री, सुपरलेटिव डिग्री। उसके बाद नैक्सट क्वेश्चन है, उसके बाद आप एग्जाम्पल देख लेना एक, यह लड़का सब नाल चुस्त है, यानी कि यह लड़का ना सारिਆਂ नालों चुस्त है, यह जिहड़ा लड़का सारिਆਂ नालों वधिया दस्सिया गया है, इसलिए यह एक किहड़ी अवस्था होगी? यह अधिकतम अवस्था होगी। उसके बाद नैक्सट क्वेश्चन है 56th क्वेश्चन, जिहड़े शब्द अपने विशेषां की गिनती या दर्जा दस्सण उन्हां नूं की कहते हैं? उन्हां नूं कहते हैं संख्यक विशेषण, यानी कि उन्हां दी गिनती दस्सण या दर्जा दस्सण उन्हां नूं की कहते हैं? संख्यक विशेषण। फॉर एग्जाम्पल 1 2 पहला दूजा अद्धा दुगना कुछ बहुते आदि,
ਇਹ ਸਾਰੀਆਂ ਐਗਜ਼ਾਮਪਲ ਹੈਗੀਆਂ ਨੇ ਸੰਖਿਅਕ ਵਿਸ਼ੇਸ਼ਣ ਦੀਆਂ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 57th ਕੁਐਸਚਨ, ਸੰਖਿਅਕ ਵਿਸ਼ੇਸ਼ਣ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਸੰਖਿਆ ਤੋਂ ਹੀ ਸਪਸ਼ਟ ਹੋ ਰਿਹਾ ਹੈ ਕਿ ਕਿਸ ਨਾਮ ਨਾਲ ਹੋਰ ਜਾਣਿਆ ਜਾਏਗਾ। ਇਸ ਨੂੰ ਜਾਣਿਆ ਜਾਂਦਾ ਹੈ ਗਿਣਤੀਵਾਚਕ ਵਿਸ਼ੇਸ਼ਣ ਦੇ ਨਾਮ ਨਾਲ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ, ਗਿਣਤੀਵਾਚਕ ਵਿਸ਼ੇਸ਼ਣ ਦੇ ਨਾਮ ਨਾਲ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 58th ਕੁਐਸਚਨ, ਸੰਖਿਅਕ ਵਿਸ਼ੇਸ਼ਣ ਚੁਣੋ। ਇਸ ਦੇ ਵਿੱਚ ਸੰਖਿਅਕ ਵਿਸ਼ੇਸ਼ਣ ਹੈ ਦੇਖੋ 1, 100, ਦੁੱਗਣਾ, ਤਿੱਗਣਾ, ਇਹ ਸਾਰੇ ਕੀ ਨੇ? ਸੰਖਿਅਕ ਵਿਸ਼ੇਸ਼ਣ ਹੀ ਤਾਂ ਹੈਗੇ ਨੇ, ਤੇ ਇਹਨਾਂ ਨੂੰ ਹੋਰ ਇੱਕ ਨਾਮ ਦਿੱਤਾ ਗਿਆ, ਉਹਨਾਂ ਦਾ ਨਾਮ ਹੈਗਾ ਇੱਕ ਹੋਰ ਗਿਣਤੀਵਾਚਕ ਵਿਸ਼ੇਸ਼ਣ। ਇਹ ਵੀ ਯਾਦ ਰੱਖਿਓ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 59th ਕੁਐਸਚਨ, ਪੰਜਾਬੀ ਵਿੱਚ ਸੰਖਿਅਕ ਵਿਸ਼ੇਸ਼ਣ ਕਿੰਨੇ ਰੂਪ ਵਿੱਚ ਮੰਨੇ ਗਏ ਹਨ? ਪੰਜਾਬੀ ਵਿੱਚ ਸੰਖਿਅਕ ਵਿਸ਼ੇਸ਼ਣ ਟੋਟਲ ਮੰਨੇ ਗਏ ਹਨ 6 ਰੂਪ ਦੇ ਵਿੱਚ। ਸੋ ਇਸ ਦਾ ਰਾਈਟ ਆਨਸਰ ਹੈ ਡੀ ਆਪਸ਼ਨ 6। ਇਸ ਦੇ ਬਾਅਦ ਆਪਾਂ 1 ਬਾਈ 1 ਡਿਸਕਸ ਕਰਦੇ ਹਾਂ। ਸਧਾਰਨ, ਪਹਿਲਾਂ ਤਾਂ ਹੈਗਾ ਇਸ ਦਾ ਸਧਾਰਨ ਜਿਹੜਾ ਇਹਦਾ ਰੂਪ ਮੰਨਿਆ ਗਿਆ ਹੈ, ਉਹ ਕਿਹੜਾ ਹੈ? ਉਹ ਵਿਸ਼ੇਸ਼ਣ ਜੋ ਆਪਣੇ ਨਾਮ ਜਾਂ ਪੜਨਾਂਵ ਦੀ ਪੂਰੀ ਗਿਣਤੀ ਦੱਸੇ, ਉਸ ਨੂੰ ਕੀ ਕਹਿੰਦੇ ਹਨ? ਸਧਾਰਨ। ਜਿਵੇਂ ਫੋਰ ਐਗਜ਼ਾਮਪਲ, ਮੇਰੇ ਕੋਲ 5 ਪੁਸਤਕਾਂ ਹਨ, ਯਾਨੀ ਕਿ 5, ਇਹ ਆਪਾਂ ਨੂੰ ਪੂਰੀ ਗਿਣਤੀ ਦੱਸ ਰਿਹਾ ਹੈ, ਇਸ ਲਈ ਇਹ ਇੱਕ ਸਧਾਰਨ ਅਵਸਥਾ ਹੈ। ਇਸ ਦਾ ਰਾਈਟ ਆਨਸਰ ਹੈਗਾ 5, ਯਾਨੀ ਕਿ ਜਿਹੜਾ ਸਧਾਰਨ ਅਵਸਥਾ ਨੂੰ ਪ੍ਰਗਟ ਕਰ ਰਿਹਾ ਹੈ ਉਹ ਹੈ 5। ਉਸ ਦੇ ਬਾਅਦ ਨੈਕਸਟ ਹੈ ਇੱਕ ਕਰਮਵਾਚੀ, ਉਹ ਵਿਸ਼ੇਸ਼ਣ ਜੋ ਆਪਣੇ ਨਾਮ ਜਾਂ ਪੜਨਾਂਵ ਦਾ ਦਰਜਾ ਜਾਂ ਨੰਬਰ ਦੱਸਣ, ਉਹਨਾਂ ਨੂੰ ਕੀ ਕਹਿੰਦੇ ਹਨ? ਕਰਮਵਾਚੀ ਵਿਸ਼ੇਸ਼ਣ। ਜਿਵੇਂ ਫੋਰ ਐਗਜ਼ਾਮਪਲ, ਮੋਹਨ ਆਪਣੀ ਜਮਾਤ ਵਿੱਚ 5ਵੇਂ ਨੰਬਰ 'ਤੇ ਹੈ। ਇਹ ਪੰਜਵੇਂ ਜਿਹੜਾ ਆਪਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਇਹ ਕਰ ਰਿਹਾ ਹੈ ਕਰਮਵਾਚੀ ਸੰਖਿਅਕ ਵਿਸ਼ੇਸ਼ਣ ਨੂੰ। ਕਰਮਵਾਚੀ ਸੰਖਿਅਕ ਵਿਸ਼ੇਸ਼ਣ ਨੂੰ ਸਪਸ਼ਟ ਕਰ ਰਿਹਾ ਹੈ ਇਹ 5ਵੇਂ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ ਨੈਕਸਟ ਸੰਖਿਅਕ ਵਿਸ਼ੇਸ਼ਣ ਦੀ ਟਾਈਪ ਹੈ ਸਮੁੱਚਤਾ ਬੋਧਕ ਸੰਖਿਅਕ ਵਿਸ਼ੇਸ਼ਣ। ਉਹ ਵਿਸ਼ੇਸ਼ਣ ਜਿਹੜਾ ਵਿਸ਼ੇਸ਼ ਦੀ ਸਾਰੀ ਗਿਣਤੀ ਦੱਸੇ, ਉਸ ਨੂੰ ਕੀ ਕਹਿੰਦੇ ਹਨ? ਸਮੁੱਚਤਾ ਬੋਧਕ। ਫੋਰ ਐਗਜ਼ਾਮਪਲ ਇਹਦੀ ਹੈਗੀ ਐਗਜ਼ਾਮਪਲ 5 ਦੇ 5 ਲੜਕੇ ਪਾਸ ਹੋ ਗਏ, ਯਾਨੀ ਕਿ ਕਲਾਸ ਦੇ ਵਿੱਚ 5 ਦੇ 5 ਲੜਕੇ ਹੋਣਗੇ, 5 ਦੇ 5 ਹੀ ਪਾਸ ਹੋ ਗਏ, ਸਾਰੇ ਦੇ ਸਾਰੀ ਗਿਣਤੀ ਦੱਸੇ, ਉਸ ਨੂੰ ਕੀ ਕਹਿੰਦੇ ਹਨ? ਸਮੁੱਚਤਾ ਬੋਧਕ ਸੰਖਿਅਕ ਵਿਸ਼ੇਸ਼ਣ। ਉਸ ਦੇ ਬਾਅਦ ਨੈਕਸਟ ਹੈ 4th ਕਸਰੀ, ਉਹ ਵਿਸ਼ੇਸ਼ਣ ਜਿਹੜਾ ਆਪਣੇ ਵਿਸ਼ੇਸ਼ ਦੇ ਹਿੱਸੇ ਬਾਰੇ ਦੱਸੇ, ਉਸ ਨੂੰ ਕਹਿੰਦੇ ਹਨ ਕਸਰੀ ਸੰਖਿਅਕ ਵਿਸ਼ੇਸ਼ਣ। ਜਿਵੇਂ ਫੋਰ ਐਗਜ਼ਾਮਪਲ, ਮੈਂ ਅੱਧਾ ਕਿਲੋ ਦੁੱਧ ਪੀਤਾ, ਇਸ ਦੇ ਵਿੱਚ ਅੱਧਾ ਕਿਲੋ ਜਿਹੜਾ ਯੂਜ਼ ਹੋਇਆ ਨਾ, ਇਹ ਯੂਜ਼ ਹੋਇਆ ਹੈ ਕਸਰੀ ਸੰਖਿਅਕ ਵਿਸ਼ੇਸ਼ਣ ਦੇ ਲਈ। ਉਸ ਦੇ ਬਾਅਦ ਨੈਕਸਟ ਹੈ ਨਿਖੇੜਵਾਚੀ, ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿਸ਼ੇਸ਼ਾਂ ਵਿੱਚੋਂ ਕੁਝ ਨਿਖੇੜ ਕੇ ਦੱਸੇ, ਜਿਹੜੇ ਨਿਖੇੜ ਕੇ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ? ਨਿਖੇੜਵਾਚੀ ਸੰਖਿਅਕ ਵਿਸ਼ੇਸ਼ਣ। ਜਿਵੇਂ ਫੋਰ ਐਗਜ਼ਾਮਪਲ, ਬੈਂਚਾਂ ਉੱਤੇ 2-2 ਕਰਕੇ ਬੈਠਦੇ ਜਾਓ, ਇੱਥੇ 2-2 ਜਿਹੜਾ ਯੂਜ਼ ਹੋਇਆ ਇਹ ਕਾਹਦੇ ਲਈ ਯੂਜ਼ ਹੋਇਆ? ਇਹ ਯੂਜ਼ ਹੋਇਆ ਹੈ ਨਿਖੇੜਵਾਚੀ ਸੰਖਿਅਕ ਵਿਸ਼ੇਸ਼ਣ ਦੇ ਲਈ। ਨੈਕਸਟ ਹੈ ਇੱਕ ਲਾਸਟ ਅਨਿਸ਼ਚਿਤ ਇਹਦੀ 6ਵੀਂ ਟਾਈਪ ਹੈ ਸੰਖਿਅਕ ਵਿਸ਼ੇਸ਼ਣ ਦੀ। ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿਸ਼ੇਸ਼ਾਂ ਦੀ ਗਿਣਤੀ ਦਾ ਅੰਦਾਜ਼ਾ ਤਾਂ ਦੱਸਣ ਪਰ ਪੂਰੀ ਗਿਣਤੀ ਨਾ ਦੱਸਣ, ਯਾਨੀ ਕਿ ਇੱਕ ਅੰਦਾਜ਼ਾ ਦੱਸਣ, ਉਹਨਾਂ ਨੂੰ ਕੀ ਕਹਿੰਦੇ ਹਨ? ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ। ਫੋਰ ਐਗਜ਼ਾਮਪਲ, ਬਹੁਤੇ ਲੜਕੇ ਪੜ੍ਹਨ ਲੱਗ ਪਏ ਹਨ, ਯਾਨੀ ਕਿ ਜਿਹੜਾ ਬਹੁਤੇ ਯੂਜ਼ ਹੋਇਆ ਇੱਥੇ, ਇਹ ਯੂਜ਼ ਹੋਇਆ ਹੈ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਦੇ ਲਈ। ਨੈਕਸਟ ਕੁਐਸਚਨ ਹੈ 60th ਕੁਐਸਚਨ, ਨਾਮ ਜਾਂ ਪੜਨਾਂਵ ਦੀ ਮਿਣਤੀ ਜਾਂ ਮਾਪਦੋਲ ਦੱਸਣ, ਉਸ ਵਿਸ਼ੇਸ਼ਣ ਨੂੰ ਕਿਹੜਾ ਵਿਸ਼ੇਸ਼ਣ ਕਹਿੰਦੇ ਹਨ? ਉਸ ਨੂੰ ਕਹਿੰਦੇ ਹਨ ਪਰਿਮਾਣਵਾਚਕ ਵਿਸ਼ੇਸ਼ਣ। ਸੋ ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ, ਪਰਿਮਾਣਵਾਚਕ ਵਿਸ਼ੇਸ਼ਣ। ਚਾਹੇ ਮਿਣਤੀ ਦੱਸਣ ਚਾਹੇ ਮਾਪਤੋਲ ਦੱਸਣ, ਇਹਨਾਂ ਨੂੰ ਕਹਿੰਦੇ ਹਨ ਪਰਿਮਾਣਵਾਚਕ ਵਿਸ਼ੇਸ਼ਣ। ਉਸ ਦੇ ਬਾਅਦ ਐਗਜ਼ਾਮਪਲ ਦੇਖ ਲੈਣਾ ਇੱਕ, ਮੈਨੂੰ ਥੋੜ੍ਹਾ ਜਿਹਾ ਦੁੱਧ ਚਾਹੀਦਾ ਹੈ, ਯਾਨੀ ਕਿ ਇਸ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਵੀ ਯੂਜ਼ ਹੋਇਆ ਨਾ, ਇਹ ਆਪਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਨੂੰ ਰਿਪਰੈਜ਼ੈਂਟ ਕਰਦਾ ਹੈ। ਨੈਕਸਟ ਕੁਐਸਚਨ ਹੈ 61st ਕੁਐਸਚਨ, ਪਰਿਮਾਣਵਾਚਕ ਵਿਸ਼ੇਸ਼ਣ ਚੁਣੋ। ਇਸ ਦੇ ਵਿੱਚ ਪਰਿਮਾਣਵਾਚਕ ਵਿਸ਼ੇਸ਼ਣ ਹੈਗਾ 5 ਮੀਟਰ। ਇਸ ਦਾ ਰਾਈਟ ਆਨਸਰ ਹੈ ਏ ਆਪਸ਼ਨ 5 ਮੀਟਰ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 62nd ਕੁਐਸਚਨ, ਪਰਿਮਾਣਵਾਚਕ ਵਿਸ਼ੇਸ਼ਣ ਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ? ਪਰਿਮਾਣਵਾਚਕ ਵਿਸ਼ੇਸ਼ਣ ਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ, ਉਸ ਦਾ ਨਾਮ ਹੈਗਾ ਮਿਣਤੀਵਾਚਕ ਵਿਸ਼ੇਸ਼ਣ। ਸੋ ਇਸ ਦਾ ਰਾਈਟ ਆਨਸਰ ਹੈ ਬੀ ਆਪਸ਼ਨ, ਮਿਣਤੀਵਾਚਕ ਵਿਸ਼ੇਸ਼ਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਰਿਮਾਣਵਾਚਕ ਵਿਸ਼ੇਸ਼ਣ ਨੂੰ। ਉਸ ਦੇ ਬਾਅਦ ਨੈਕਸਟ ਕੁਐਸਚਨ ਹੈ 63rd ਕੁਐਸਚਨ, ਪਰਿਮਾਣਵਾਚਕ ਵਿਸ਼ੇਸ਼ਣ ਕਿੰਨੇ ਕਿਸਮ ਦੇ ਹੁੰਦੇ ਹਨ? ਪਰਿਮਾਣਵਾਚਕ ਵਿਸ਼ੇਸ਼ਣ ਦੀਆਂ ਟੋਟਲ ਟਾਈਪਸ ਨੇ 2। ਸੋ ਇਸ ਦਾ ਰਾਈਟ ਆਨਸਰ ਹੈ 2, ਏ ਆਪਸ਼ਨ। ਕਿਹੜੀਆਂ? ਨਿਸ਼ਚਿਤ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ ਤੇ ਅਨਿਸ਼ਚਿਤ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ। ਇੱਥੇ ਅਮਿਣਤੀ ਆਏਗਾ। ਨਿਸ਼ਚਿਤ ਪਰਿਮਾਣਵਾਚਕ ਦੀ ਐਗਜ਼ਾਮਪਲ ਹੈਗੀ ਆ 2 ਕਿਲੋ ਪਿਆਜ਼ ਦਿਓ, ਯਾਨੀ ਕਿ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ 2 ਕਿਲੋ ਪਿਆਜ਼ ਚਾਹੀਦੇ ਹਨ, ਇਸ ਲਈ ਇਹ ਹੈਗਾ ਨਿਸ਼ਚਿਤ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ। ਉਸ ਦੇ ਬਾਅਦ ਨੈਕਸਟ ਹੈ ਅਨਿਸ਼ਚਿਤਵਾਚਕ
ਪਰਿਮਾਣਵਾਚਕ ਵਿਸ਼ੇਸ਼ਣ। ਇਹ ਕਿਹੜਾ ਮੈਨੂੰ ਥੋੜ੍ਹਾ ਜਿਹਾ ਪਾਣੀ ਦਿਓ, ਜਿਹੜਾ ਇੱਥੇ ਥੋੜ੍ਹਾ ਜਿਹਾ ਯੂਜ਼ ਹੋਇਆ ਹੈ, ਇਹ ਯੂਜ਼ ਹੋਇਆ ਹੈ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਦੇ ਲਈ। ਸੋ ਇਸ ਦੇ ਲਈ ਇਹ ਦੋਨੇ ਕਾਫੀ ਇੰਪੋਰਟੈਂਟ ਹੈ, ਕਾਫੀ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਨੇ।